शब्द बेगमपुरा शहर को नाम, रहाओ दी तुक है अब मोहे खूब खूब वतन गए पाई, ऊहा खैर सदा मेरे पाई। बेगमपुरा शहर को नाम, दुख अंदो नहीं है ठाऊं, ना तसवीस खिराज ना माल, खौफ न खता न तर्जवाल। अब मोहे खूब वतन गए पाई, ऊहा खैर सदा मेरे पाई। कायम दायम सदा पातशाही, कायम दायम सदा पातशाही, दोम नसेम एक सोआई। आबादान सदा मशहूर, वहां गनी बसे मामूर। त्यों त्यों सैल करे जो भावे, नहर महल न को अटकावे। कह रविदास खलास च मारा। यह शब्द भगत रविदास जी का बहुत ही प्यारा शब्द। अजकल पंजाब चों इंडिया चों लोग आईलैट्स करके बाहर दे देशों च कैनेडा अमरीका यूरोप इटली जाना पसंद करते हैं। उत्थे जिहड़े पहले गए है उन्हां दे सुनेहे आंदे है कि इत्थे किहो जिहा रहना पैना है। ਉਹਦੇ ਵਿੱਚ ਲੋਕਾਂ ਨੂੰ ਜੀ ਕਰਦਾ ਵੀ ਅਸੀਂ ਵੀ ਇਹੋ ਜਿਹੇ ਦੇਸ਼ ਵਿੱਚ ਜਾਈਏ ਜਿੱਥੇ ਸੁੱਖ ਹੈਣ, ਸਹੂਲਤਾਂ ਨੇ, ਮੈਡੀਕਲ ਫੈਸਿਲਿਟੀਜ਼ ਹੈਣ। ਇਹੋ ਜਿਹੇ ਦੇਸ਼ ਜਾਈਏ ਜਿੱਥੇ ਆਰਾਮ ਹੋਏ। ਤਾਂ ਉੱਥੋਂ ਮੈਸੇजेस ਆਉਂਦੇ ਆ, ਸੁਨੇਹੇ ਆਉਂਦੇ ਆ। ਭਗਤ ਰਵਿਦਾਸ ਵੀ ਇੱਕ ਸ਼ਹਿਰ ਪਹੁੰਚੇ, ਇੱਕ ਦੇਸ਼ ਵਿੱਚ ਪਹੁੰਚੇ ਆ, ਸਾਨੂੰ ਪ੍ਰੇਮ ਦਾ ਸ਼ਬਦ ਭੇਜ ਰਹੇ ਨੇ ਕਿ ਕਿਹੜੇ ਦੇਸ਼ ਦੇ ਉਹ ਵਾਸੀ ਨੇ। ਫਿਜ਼ੀਕਲੀ ਤੇ ਉਹ ਵੀ ਅਸੀਂ ਵੀ ਉੱਥੇ ਹੀ ਰਹਿੰਦੇ ਹਾਂ ਜਿੱਥੇ ਉਹ ਰਹਿੰਦੇ, ਉਸੇ ਧਰਤੀ ਤੇ ਰਹਿੰਦੇ, ਬਟ ਉਹ ਕੁਝ ਨਵਾਂ ਰੰਗ ਲੈ ਕੇ ਸਾਨੂੰ ਕੁਝ ਨਵਾਂ ਸੁਨੇਹਾ ਲੈ ਕੇ ਭੇਜ ਰਹੇ ਹੈ ਉਸ ਦੇਸ਼ ਬਾਰੇ ਜਿੱਥੇ ਉਹ ਪਹੁੰਚ ਗਏ। रहाओ दी तुक है अब मोहे खूब वतन गए पाई, मैं बहुत प्यारा वतन पा लिया। और किहो जिहा पा लिया, ऊहा खैर सदा मेरे पाई। एक तो खैर है मेरी, मेरी वेल बीइंग है, मेरी देख रेख है। दूसरा सदा लई है। यह है गल कमाल दी। गुरु ग्रंथ साहब जी महाराज सदा शब्द ਜਦੋਂ ਆਉਂਦਾ ਜੀ ਇੱਕ ਵਾਰ ਹਿਲ ਜਾਂਦਾ ਹੈ, ਕਿਉਂਕਿ ਸੁੱਖ ਤੇ ਸਾਰੀ ਦੁਨੀਆ ਵੇਚਦੀ ਹੈ। ਕੈਨੇਡਾ ਵੀ ਸੁੱਖ ਦਿਖਾਉਂਦੀ ਹੋਣੀ, ਅਮਰੀਕਾ ਵਿੱਚ ਵੀ ਲੋਕੀ ਸੁਖੀ ਹੁੰਦੇ ਹੋਣੇ, ਪਰ ਕੋਈ ਸਦਾ ਲਈ ਨਹੀਂ ਹੈ ਉੱਥੇ। ਨਾ ਤਾਂ ਉਹ ਸੁੱਖ ਸਦਾ ਲਈ ਹੈ, ਕਿਉਂਕਿ ਅਸੀਂ ਜਾਵਾਂਗੇ ਨਵੇਂ ਸ਼ਹਿਰ, ਨਵੇਂ ਦੇਸ਼, ਨਵਾਂ ਰੰਗ ਚੜ੍ਹੇਗਾ। ਕੁਝ ਸਮਾਂ ਲਈ ਤੇ ਸਭ ਕੁਝ ਚੰਗਾ ਲੱਗੇਗਾ। 2 3 4 ਸਾਲ ਬਾਅਦ ਉਹ ਹੁਣ ਨਵਾਂ ਨਿਊ ਨਾਰਮਲ ਹੋ ਗਿਆ ਸਾਡੇ ਲਈ। ਉਹ ਹੁਣ ਨਵਾਂ ਦੇਸ਼ ਅਸੀਂ ਉਹ ਆਪਣਾ ਘਰ ਹੁਣ ਨਵਾਂ ਬਣਾ ਲਿਆ। ਹੁਣ ਉਹ ਨਵਾਂ ਨਾਰਮਲ ਹੋ ਗਿਆ ਮੇਰੇ ਲਈ। ਹੁਣ ਮੇਰਾ ਮਨ ਉਸ ਤਰ੍ਹਾਂ ਖੇੜੇ 'ਚ ਨਹੀਂ ਆਵੇਗਾ ਜਿਵੇਂ ਜਾਣ ਵੇਲੇ ਆਇਆ ਸੀ, ਕਿਉਂਕਿ ਇੱਕ ਜਿੱਥੇ ਸਹੂਲਤਾਂ ਨਹੀਂ ਹਨ ਉੱਥੋਂ ਨਿਕਲ ਕੇ ਤੁਸੀਂ ਉੱਥੇ ਜਾਓ ਜਿੱਥੇ ਸਹੂਲਤ ਹੈ। ਸ਼ੁਰੂ 'ਚ ਬੜਾ, ਪਰ ਆਉਣ ਵਾਲੇ ਸਮੇਂ 'ਚ ਫਿਰ ਰੰਗ ਚੀਜ਼ਾਂ ਦਾ ਰੰਗ ਗਹਿਰਾ ਨਹੀਂ ਬਹੁਤਾ। ਦੁਨਿਆਵੀ ਚੀਜ਼ਾਂ ਦਾ ਰੰਗ ਬਹੁਤਾ ਗਹਿਰਾ ਨਹੀਂ ਹੈ, ਝੜ ਜਾਂਦਾ ਹੈ ਜਲਦੀ। 4 ਕਦਮ 6 ਕਦਮ 8 ਕਦਮ 10 ਰਿਹਾ ਕੰਮ। ਫਿਰ ਉਹ ਉਹੀ ਜੀਵਨ ਹੁਣ ਉਸੇ ਵਿੱਚ ਹੀ ਉਸੇ ਤਰ੍ਹਾਂ ਦਾ ਮਨ। ਅਸਲ ਵਿੱਚ ਤੇ ਮਨ ਦੇ ਨਾਲ ਹੀ ਸਾਰਾ ਵਾਸਤਾ ਹੈ ਮੇਰਾ। ਮਨ ਦਾ ਥੋੜਾ ਜਿਹਾ ਨਵਾਂਪਨ ਆਇਆ, ਮਨ ਵਿੱਚ ਇੱਕ ਨਵੀਂ ਹਵਾ ਆਈ। ਮਨ ਨੇ ਆਪਣਾ ਸੋਚਣਾ ਗਿਰਾ ਦਿੱਤਾ ਥੋੜੀ ਦੇਰ ਲਈ, ਆਪਣੀ ਬੇਚੈਨੀ ਛੱਡ ਦਿੱਤੀ। ਮੈਂ ਥੋੜਾ ਸ਼ਾਂਤ ਹੋ ਗਿਆ, ਮੈਂ ਹਲਕਾ ਹੋ ਗਿਆ। 2 4 ਸਾਲ ਬਾਅਦ ਮਨ ਤਾਂ ਉਹੀ ਰੰਗ ਹੈ, ਉਹਦਾ ਅਸਲ ਰੰਗ ਤੇ ਜੋ ਹੈ ਉਹ ਸਾਹਮਣੇ ਆਣਾ ਹੀ ਹੈ। ਅਸੀਂ ਪਾਏ ਹੀ ਉਹ ਕੁਛ ਹੈ ਜੋ ਮਨ ਵਿੱਚ ਉਹੀ ਆਏਗਾ ਸਾਹਮਣੇ। ਇੱਕ ਮੈਂ ਰਿਸਰਚ ਦੇਖ ਰਿਹਾ ਸੀ ਉਸ ਦਿਨ, ਇੱਕ ਜਣੇ ਦੀ ਲੋਟਰੀ ਨਿਕਲੀ ਕਈ ਕਰੋੜਾਂ ਦੀ, ਔਰ ਦੂਸਰੇ ਜਣੇ ਨੂੰ ਪੈਰਾਂ ਤੋਂ ਅਪਲੰਗ ਹੋ ਗਿਆ, ਪੈਰਾਂ ਤੋਂ ਚੱਲਣ ਜੋਗਾ ਨਹੀਂ ਰਿਹਾ। ਦੋਨੋਂ ਇਕੱਠੇ ਹੋਏ। ਹੁਣ ਅਸੀਂ ਇਹਦੇ ਵਿੱਚ ਆਪਣੇ ਮਨ ਨੂੰ ਪੁੱਛਾਂਗੇ ਕਿ ਕਿਹੜਾ ਸੁਖੀ ਜ਼ਿਆਦਾ ਹੈ, ਤਾਂ ਸਾਡਾ ਜਵਾਬ ਤਾਂ ਬੜਾ ਸਿੰਪਲ ਹੈ ਕਿ ਵੀ ਹਾਂ, ਜਿਹਨੇ ਲੋਟਰੀ ਮਿਲੀ ਉਹਦਾ ਉਹ ਜ਼ਿਆਦਾ ਸੁਖੀ ਹੋਇਆ। ਜਿਹਦੇ ਪੈਰ ਨਹੀਂ ਰਹਿ ਗਏ ਉਹ ਕਿਹੜਾ ਸੁਖੀ ਹੋਣਾ। ਹਾਂ, ਸ਼ੁਰੂ ਵਿੱਚ ਤੇ ਇਹੀ ਗੱਲ ਹੈ।
पर उन्होंने फिर टेस्ट 1 साल बाद किया, फिर 2 साल बाद किया। इस ਟੈਸਟ ਵਿੱਚ 1 ਸਾਲ ਬਾਅਦ ਦੋਨਾਂ ਦੇ ਮਨ ਦੀ ਅਵਸਥਾ ਇੱਕੋ ਜਿਹੀ ਸੀਗੀ, ਕਿਉਂਕਿ ਉਹਦੇ ਵਿੱਚ ਇੱਕ ਦੇ ਵਿੱਚ ਐਕਸੈਪਟੈਂਸ ਆ ਗਈ, ਉਸਨੇ ਨਵਾਂ ਆਪਣਾ ਢੰਗ ਬਣਾ ਲਿਆ, ਕੋਪ ਕਰ ਲਿਆ ਸਾਰੀ ਸਿਚੁਏਸ਼ਨ ਨਾਲ, ਫਿਰ ਮੁੜ ਕੇ ਉਸੇ ਅਵਸਥਾ ਵਿੱਚ ਚਲਾ ਗਿਆ ਜਿਹੜੀ ਮਨ ਦੀ ਅਸਲ ਅਵਸਥਾ ਹੈ। ਇਸੇ ਤਰ੍ਹਾਂ ਜਿਹਦੇ ਕੋਲ ਪੈਸੇ ਆਏ ਉਹਨੇ ਖਰਚ ਖੁਰਚ ਲਏ, ਨਵਾਂ ਘਰ ਬਣਾਇਆ, ਨਵਾਂ ਸਭ ਕੁਝ ਕੀਤਾ, ਮੁੜ ਉੱਥੇ ਪਹੁੰਚ ਗਿਆ। ਹੈ ਨਾ ਹੈਰਾਨੀ ਵਾਲੀ ਗੱਲ। ਇਹ ਇੱਕ ਟੈਸਟ ਹੈ ਐਕਚੁਅਲੀ, ਇਹਦੇ ਚ ਡਾਇਗਨੋਸਟਿਕ ਟੈਸਟ ਹੋਇਆ ਹੈ। ਮੈਂ ਝੂਠਾ ਨਹੀਂ ਆਪ ਨੂੰ ਕਹਿ ਰਿਹਾ, ਇਹ ਸੱਚ ਦੀ ਗੱਲ ਹੈ। ਇਸੇ ਤਰ੍ਹਾਂ ਸਾਡੀ ਦੁਨੀਆ ਹੈ। ਅਸੀਂ ਨਵੇਂ ਦੇਸ਼ ਜਾਂਦੇ ਹਾਂ, ਅੱਛਾ ਲੱਗਦਾ ਕੁਝ ਸਮੇਂ ਲਈ, ਫਿਰ ਉਹ ਮਨ ਦੀ ਉੱਥੇ ਅਵਸਥਾ ਆ ਜਾਂਦੀ ਹੈ। ਦਰਅਸਲ ਸਾਰੀ ਖੇਡ ਮਨ ਦੀ ਅਵਸਥਾ ਦੀ ਹੈ। ਤਾਂ ਮਹਾਰਾਜ ਸਾਨੂੰ ਸੁਣਾ ਰਹੇ ਨੇ, ਅਬ ਮੋਹੇ ਖੂਬ ਵਤਨ ਗਿਆ ਭਾਈ, ਇਹ ਜਿਹੜੇ ਦੇਸ਼ ਮੈਂ ਪਹੁੰਚਿਆ ਇੱਥੇ ਸਦਾ ਮੇਰੀ ਖੈਰ ਹੈ ਭਾਈ। ਸਦਾ ਮਤਲਬ ਹੁਣ ਇਸ ਖੈਰ ਨੂੰ ਮੇਰੇ ਤੋਂ ਕੋਈ ਲੈ ਨਹੀਂ ਪਾਏਗਾ, ਹੈ ਨਾ ਕਮਾਲ ਦੀ ਗੱਲ। ਖੈਰ ਵਿੱਚ ਮੈਂ ਸਮਝਦਾ ਕੀ ਹੋਏਗਾ, ਸੁਖੀ ਹੋਣਗੇ, ਕੰਫਰਟੇਬਲ ਹੋਣਗੇ, ਆਰਾਮ ਨਾਲ ਹੋਣਗੇ, ਬੇਚੈਨੀ ਨਹੀਂ ਹੋਏਗੀ, ਕੋਈ ਫਿਕਰ ਨਹੀਂ ਹੋਏਗਾ। ਇਹ ਤੇ ਮੈਂ ਸੋਚਦਾ ਵਾਂ, ਪਰ ਇਸ ਸ਼ਬਦ ਵਿੱਚ ਭਗਤ ਰਵਿਦਾਸ ਹੋਰ ਵੀ ਕਈ ਗੱਲਾਂ ਖੋਲ ਦਿੰਦੇ ਹੈ। ਉਹ ਤਾਂ ਇਹ ਵੀ ਕਹਿੰਦੇ ਨੇ ਕਿ ਇੱਥੇ ਗਲਤੀ ਵੀ ਨਹੀਂ ਹੈ ਮੇਰੇ ਤੋਂ, ਹੈ ਨਾ ਕਮਾਲ ਦੀ ਗੱਲ। ਮੈਂ ਰਾਈਟ ਜਾਵਾਂ, ਲੈਫਟ ਜਾਵਾਂ, ਬਿਨਾਂ ਲਾਇਸੈਂਸ ਗੱਡੀ ਚਲਾਵਾਂ, ਇੱਥੇ ਮੈਨੂੰ ਚਲਾਨ ਹੋ ਜਾਏਗਾ। ਉਸ ਦੇਸ਼ ਵਿੱਚ ਕਹਿੰਦੇ ਨੇ ਜਿੱਥੇ ਮੈਂ ਪਹੁੰਚਿਆ ਮੇਰੀ ਗਲਤੀ ਵੀ ਕੋਈ ਨਹੀਂ ਹੈ। ਇਹ ਇੱਕ ਜਿਵੇਂ ਕੋਈ ਮਿੱਤਰ ਗਿਆ ਹੋਏ ਦੇਸ਼ ਵਿੱਚ ਨਵੇਂ, ਉੱਥੋਂ ਸੁਨੇਹਾ ਭੇਜੇ ਸਾਨੂੰ ਕਿ ਯਾਰ ਇੱਧਰ ਦੀ ਤਾਂ ਹਵਾ ਇਸ ਤਰ੍ਹਾਂ ਦੀ ਹੈ, ਕਮਾਲ ਦੀ ਜਗ੍ਹਾ ਹੈ, ਤੁਸੀਂ ਵੀ ਆਓ। ਇਵੇਂ ਭਗਤ ਰਵਿਦਾਸ ਆਪਣੇ ਸ਼ਹਿਰ ਦੀ ਸੁਨੇਹਾ ਸਾਨੂੰ ਭੇਜਦੇ ਹੈ, ਮੇਰੇ ਨਾਲ ਮੈਨੂੰ ਮਿਲੋ, ਆ ਕੇ ਆ ਜਾਓ ਇੱਥੇ। ਕੰਮ ਸ਼ਬਦਾਂ ਵਿੱਚ ਜੋ ਸੱਤ ਹੈ ਉਸ ਨੂੰ ਜਾਂ ਤਾਂ ਸੱਤ ਜਾਣ ਲਈਏ ਤਾਂ ਬਾਣੀ ਨੂੰ ਸਮਝ ਕੇ ਡੂੰਘੇ ਹੋ ਜਾਾਂਗੇ, ਜਾਂ ਉਹਦਾ ਤੀਰ ਵੱਜੇ ਜੀਵਨ ਪਲਟੀ ਹੋ ਸਕਦਾ। ਦਰਅਸਲ ਇਮੋਸ਼ਨਲੀ ਅਸੀਂ ਇਨਸਿਕਿਉਰ ਹੈਗੇ ਆ, ਅਸੀਂ ਆਪਣੇ ਆਪ ਨੂੰ ਐਕਸਪੋਜ਼ ਲਿਮਿਟਡ ਕਰਦੇ ਹਾਂ, ਕਿਉਂਕਿ ਡਰ ਸਾਡਾ ਮੇਨ। ਨਹੀਂ ਤਾਂ ਬਾਣੀ ਦਾ ਕਿਧਰੇ ਤੀਰ ਵੱਜ ਗਿਆ ਬੰਦਾ ਉੱਥੇ ਢਹਿ ਸਕਦਾ। ਇਹ ਗੱਲ ਹੋ ਗਈ ਖਤਮ। ਮੇਰੀ ਤੇ ਕੋਈ ਦੇਸ਼ ਹੀ ਇਹੋ ਜਿਹੇ ਦੇਸ਼ ਵਿੱਚ ਮੈਂ ਕਿਉਂ ਨਾ ਜਾਵਾਂ, ਜਾਂ ਮੈਨੂੰ ਫੇਥ ਨਹੀਂ ਜਾਂ ਮੈਨੂੰ ਜਾਣ ਦਾ ਰਸਤਾ ਨਹੀਂ, ਇਹ ਦੋ ਹੀ ਗੱਲਾਂ ਹੋਣਗੀਆਂ। ਜਾਂ ਤੇ ਭਗਤ ਰਵਿਦਾਸ ਗਲਤ ਇਨਫੋਰਮੇਸ਼ਨ ਦੇ ਰਹੇ ਨੇ, ਮੈਨੂੰ ਭਰੋਸਾ ਨਹੀਂ ਹੈ। ਚਲੋ ਹੋ ਗਿਆ ਭਰੋਸਾ, ਅਸੀਂ ਕਹਿੰਦੇ ਨਹੀਂ ਬਾਣੀ ਕਹਿੰਦੀ ਹੈ ਭਰੋਸਾ ਪੂਰਾ ਹੈ, ਤੇ ਫਿਰ ਮੇਰਾ ਉਸ ਦੇਸ਼ ਵਿੱਚ ਜਾਣ ਦਾ ਮੈਂ ਕੀ ਕੀਤਾ ਉਸ ਦੇਸ਼ ਵਿੱਚ ਜਾਣ ਲਈ। ਇੱਥੇ ਵੀਜ਼ਾ ਵੀ ਹੈ, ਇਸ ਦੇਸ਼ ਵਿੱਚ ਵੀ ਵੀਜ਼ਾ ਹੈ ਜਿਹੜਾ ਉਹ ਮੈਂ ਸਮਝਾਉਂਦਾ ਕਿਵੇਂ ਮੈਨੂੰ ਲੱਗਦਾ ਇਹਦੇ 'ਚ ਵੀਜ਼ਾ ਵੀ ਹੈ। ਸਮਝੀਏ ਸ਼ਬਦ ਨੂੰ। ਫਿਰ ਮਹਾਰਾਜ ਕਹਿੰਦੇ ਕਿ ਬੇਗਮਪੁਰਾ ਸ਼ਹਿਰ ਕੋ ਨਾਮ। ਦੇਖੋ ਸ਼ਬਦ ਹੀ ਬੜਾ ਪਿਆਰਾ ਹੈ, ਬੇਗਮਪੁਰਾ, ਬਿਨਾਂ ਗਮਾਂ ਦਾ ਇੱਕ ਸ਼ਹਿਰ, ਜਿੱਥੇ ਕੋਈ ਦੁੱਖ ਨਹੀਂ ਹੈ। ਇਸ ਦੁਨੀਆ ਵਿੱਚ ਕਿਸੇ ਚੀਜ਼ ਦਾ ਸੁੱਖ ਮਾਣਾਂਗੇ, ਨਾਲ ਦੁੱਖ ਉਹਦੇ ਆਏਗਾ। ਅੱਜ ਮੈਂ ਉਹ ਪੁਰਾਣੀ ਕਿਤਾਬ ਕੱਢੀ, ਮੈਂ ਕਈ ਸਾਲ ਬਾਅਦ, ਉਹ ਮੈਨੂੰ ਯਾਦ ਨਹੀਂ ਸੀ ਉਹਦਾ ਨਾਂ, ਕ੍ਰੇਟੋ ਨਹੀਂ ਹੈ, ਫੇਡੋ ਕਰਕੇ ਇੱਕ ਡਾਇਲੌਗ ਹੈ ਸੋਕਰਟੀਜ਼ ਦਾ। ਉਸ ਰਾਤ ਜਦੋਂ ਮਰਨ ਲੱਗਾ, ਉਸ ਤੋਂ ਪਹਿਲੇ ਦਾ, ਕ੍ਰੇਟੋ 3 ਦਿਨ ਪਹਿਲਾਂ ਆਇਆ ਤੇ ਕ੍ਰੇਟੋ ਨੂੰ ਕਹਿੰਦਾ ਕਿ ਜੀ ਮੈਂ ਉਸ ਜਹਾਜ਼ ਤੇ ਆਉਣ ਤੇ ਮੈਨੂੰ ਇਹਨਾਂ ਨੇ ਜ਼ਹਿਰ ਦੇਣਾ ਹੈ, ਉਹ ਜਹਾਜ਼ 3 ਦਿਨ ਬਾਅਦ ਆਏਗਾ, ਮੈਨੂੰ ਅੱਜ ਸੁਪਨਾ ਆਇਆ। ਤਾਂ ਉਹ 3 ਦਿਨ ਬਾਅਦ ਫੇਡੋ ਉਹਦੇ 3 ਦੋਸਤ ਨਾਲ, ਕ੍ਰੇਟੋ ਵੀ ਹੈ, ਇੱਕ ਸਿਬਿਸ, ਇੱਕ ਸਿਆਮੀਜ਼ ਕਰਕੇ ਦੋਸਤ ਹੈ ਉਹਦਾ, 3-4 ਲੋਕ ਹੈ, ਮਿਲਣ ਆਏ। ਪਹਿਲੇ ਉਹਦੀ ਵਹੁਟੀ ਉੱਤੇ ਸੀ, ਉਹ ਬਹੁਤ ਜ਼ਿਆਦਾ ਵਿਆਕੁਲ ਹੋ ਕੇ ਪਰੇਸ਼ਾਨ ਹੋ ਕੇ ਰੋਂਦੀ ਸੀ, ਤੇ ਉਹ ਕਹਿੰਦਾ ਯਾਰ ਇਹਨੂੰ ਲੈ ਜਾ, ਇਹ ਬਹੁਤ ਰੋਏਗੀ, ਢਾਵਾਂ ਮਾਰੇਗੀ, ਚੰਗਾ ਨਹੀਂ ਲੱਗਦਾ। ਤੇ ਸੋਕਰਟੀਜ਼ ਗੱਲ ਸ਼ੁਰੂ ਕਰਦਾ ਹੈ, ਕਹਿੰਦਾ ਯਾਰ ਇਹ ਜਿਹੜੇ ਜੰਗਲ ਮੈਨੂੰ ਸੰਗਲ ਪਾਏ ਇਹਨਾਂ ਨੇ ਪੈਰਾਂ 'ਚ, ਇਹ ਕੱਢੇ ਹੈ, ਦੇਖੋ ਇਹ ਕਿੰਨਾ ਦੁੱਖ ਦਿੰਦੇ ਸੀ ਤੇ ਇਹਨਾਂ ਨੇ ਕੱਢੇ ਹੈ। ਇਹ ਜਿਹੜੇ ਜਿਨ੍ਹਾਂ ਨੇ ਕੱਢੇ ਹੈ ਹੁਣ ਇਹ ਬੜਾ ਸੁੱਖ ਮਿਲਦਾ ਪਿਆ, ਹਲਕਾ ਲੱਗਦਾ ਪਿਆ ਪੈਰਾਂ ਨੂੰ ਮੇਰੇ। ਇਹ ਸੁੱਖ ਔਰ ਦੁੱਖ ਕਿਵੇਂ ਨੇੜੇ ਨੇੜੇ ਨੇ, ਕਿਵੇਂ ਹੈ ਨਾਲ ਨਾਲ ਨੇ। ਕਹਿੰਦਾ ਈਸੋਪ ਅਗਰ ਹੁੰਦਾ, ਈਸੋਪ ਉਹਦਾ ਇੱਕ ਦੋਸਤ ਹੈ ਹੋਰ, ਸੋਕਰਟੀਜ਼ ਉਸ ਵੇਲੇ। ਇਹ 399 BC ਦੀ ਗੱਲ ਕਰ ਰਿਹਾ ਮੈਂ, 2600 ਸਾਲ ਪਹਿਲੇ, 2400
2500 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, 2500 ਸਾਲ। ਕਹਿੰਦਾ ਈਸੋਪ ਹੁੰਦਾ ਤੇ ਇਹਦੀ ਕਹਾਣੀ ਲਿਖ ਦਿੰਦਾ। ਫਿਰ ਉਹਨੂੰ ਸਮਝਾਉਂਦਾ ਹੈ ਉਹ ਕਹਿੰਦਾ ਦੁਨੀਆ ਵਿੱਚ ਜਿਹੜਾ ਦੁਆਇਤ ਵਿੱਚ ਰਹਿੰਦਾ ਹੈ, ਯਾਨੀ whatever is suppose fast or slow, ਤੇ if I am running faster, ਤੇ I am running faster, that means I was slower, so slower to faster, so I was slower, now I am faster, now I am faster, tomorrow I will become slower, so the slower and faster have to be relevant and together। ਸਮਝੀਏ ਗੱਲ ਨੂੰ, ਇਹ ਦੋਨੋਂ ਇਕੱਠੇ ਚੱਲਣਗੇ ਤਾਂ ਹੀ ਸਮਝ ਆਏਗਾ ਕਿ ਫਾਸਟਰ ਦਾ ਕੀ ਮਤਲਬ ਹੈ, that which is not slower। ਉਹ ਸਲੋਅਰ ਕਿਹੜਾ ਸੀ, ਉਹ ਜਿਹੜਾ ਮੇਰਾ ਕੱਲ ਸੀ। ਇਸੇ ਤਰ੍ਹਾਂ ਹੋਰ ਚੀਜ਼ਾਂ ਨੇ, ਰਿਚਰ ਪੂਅਰ, who is richer from the poorer, who is higher, that which was lower, so lower has to be along with higher, otherwise higher ਸਮਝ ਹੀ ਨਹੀਂ ਆਏਗਾ ਮੈਨੂੰ। happier and sad ਵੀ ਇਸੇ ਤਰ੍ਹਾਂ ਹੀ ਹੈ, ਦੁਨਿਆਵੀ ਸੁੱਖ ਔਰ ਦੁੱਖ ਇਸੇ ਤਰ੍ਹਾਂ ਹੀ ਨੇ। ਜਿਹੜੀ ਉਸ ਦਿਨ ਮੈਂ ਗੱਲ ਕੀਤੀ ਸੀ, ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਕੱਪੜੇ ਦਿੱਤੇ ਨੇ ਰੱਬ ਨੇ, ਇਹ ਦੋਨਾਂ ਨੂੰ ਪਾਣਾ। ਅਸੀਂ ਤਾਂ ਇੱਕ ਨੂੰ ਪਾਵਾਂਗੇ, ਦੂਜਾ ਧੋ ਕੇ ਤਿਆਰ ਹੋਏਗਾ, ਦੂਜੇ ਨੂੰ ਪਾਵਾਂਗੇ, ਇੱਕ ਧੋ ਕੇ ਤਿਆਰ ਹੋਏਗਾ, ਤੇ ਸੁੱਖ ਔਰ ਦੁੱਖ ਸਾਡੇ ਨਾਲ ਚੱਲਦਾ ਜਾਣਾ। ਇਹਨੂੰ ਵੀ ਅਸੀਂ ਮੈਨੇਜ ਕਰ ਸਕਦੇ ਹਾਂ ਕਿ ਅਗਰ ਮੇਰੀ ਸੁੱਖ ਦੀ ਇੰਟੈਂਸਿਟੀ ਦੀ ਡਿਮਾਂਡ ਘੱਟ ਹੋਏਗੀ ਤਾਂ ਉਤਨਾ ਹੀ ਦੁੱਖ ਘੱਟ ਆਏਗਾ, ਔਰ ਜਿਤਨੀ ਈਗਰਨੈਸ ਨਾਲ ਮੈਂ ਸੁੱਖ ਦੀ ਡਿਮਾਂਡ ਕਰਾਂਗਾ ਉਤਨੇ ਹੀ ਦੁੱਖ ਫਿਰ ਜ਼ਿਆਦਾ ਇੰਟੈਂਸਿਟੀ ਵਿੱਚ ਆਏਗਾ। ਸੋ ਜਦੋਂ ਦੁੱਖ ਆਏਗਾ ਫਿਰ ਮੈਂ ਆਪਣੇ ਆਪ ਨੂੰ ਕਲੋਜ਼ ਨਾ ਕਰਾਂ ਔਰ ਆਪਣੇ ਆਪ ਨੂੰ ਓਪਨ, ਜਿਵੇਂ ਮਹਾਰਾਜ ਕਹਿੰਦੇ ਸੁੱਖ ਦੁੱਖ ਤੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਤੇ ਇਹ ਸਮ ਕਰ ਅਸੀਂ ਜਾਣ ਲਿਆ, ਅਗਰ ਜੇ ਮੈਨੂੰ ਦੁੱਖ ਆਇਆ ਔਰ ਮੈਂ ਦੁੱਖ ਨੂੰ ਫੀਲ ਕੀਤਾ, ਪੂਰਾ ਅਵੋਇਡ ਨਹੀਂ ਕੀਤਾ, ਤਾਂ ਫਿਰ ਮੈਂ ਸਮਝ ਜਾਵਾਂਗਾ ਕਿ ਦੁਨੀਆ ਵਿੱਚ ਸੁੱਖ ਔਰ ਦੁੱਖ ਜਿਹੜਾ ਹੈ ਅਸਲੀਅਤ ਦੁਨੀਆ ਦੀ ਨਹੀਂ ਹੈ, ਇਹ ਧੋਖੇ ਵਾਲੀ ਗੇਮ ਹੈ। ਤਾਂ ਮੈਂ ਫਿਰ ਸੁੱਖ ਔਰ ਦੁੱਖ ਦੇ ਇਲਾਵਾ ਕੁਝ ਲੱਭਾਂਗਾ ਕਿ ਇੱਥੇ ਇਹਦੀ ਖੇਡ ਹੈ ਕੀ ਕਹਾਣੀ ਹੈ ਜਿਹਦੇ ਕਰਕੇ ਮੈਂ ਸੁੱਖ ਔਰ ਦੁੱਖ ਦੇ ਬਿਆਨ। ਇਹ ਹੁਣ ਕਹਾਣੀ ਖੋਲਦੇ ਆ ਭਗਤ ਰਵਿਦਾਸ, ਜਿਸ ਨੂੰ ਅਸੀਂ ਆਨੰਦ ਜਦੋਂ ਕਹਿੰਦੇ ਆ, ਉਹਦੇ ਚ ਆਪੋਜ਼ਿਟ ਨਹੀਂ ਹੈ ਆਨੰਦ ਦਾ, ਉਹ ਐਬਸੋਲੂਟ ਵਰਡ ਹੈਗਾ, ਉਹ ਅਨਕੰਡੀਸ਼ਨਲ ਹੈ। ਇਹ ਸੁੱਖ ਔਰ ਦੁੱਖ ਕੰਡੀਸ਼ਨਲ ਹੈਗੇ, ਕਿਸੇ ਕੰਡੀਸ਼ਨ ਨਾਲ ਹੈ। ਜਿਵੇਂ ਮੈਂ ਉਸ ਦਿਨ ਪੜ੍ਹਦਾ ਸੀ ਇਰਫਾਨ, ਪਤਾ ਨਹੀਂ ਉਸ ਦਿਨ ਮੈਂ ਮੈਂਸ਼ਨ ਕੀਤੀ ਕਿ ਨਹੀਂ, ਇਰਫਾਨ ਖਾਨ ਉਹਦੀ ਡੈਥ ਹੋਈ, ਉਹਨੇ ਲਿਖੀ, ਕਹਿੰਦਾ ਮੈਂ ਜਿਵੇਂ ਟ੍ਰੇਨ ਤੇ ਚੜ੍ਹਿਆ ਜਾ ਰਿਹਾ, ਆਪਣੇ ਗੋਲਸ ਦੇ ਵੱਲ ਧਿਆਨ ਹੈ ਮੇਰਾ, ਮੈਂ ਪੂਰਾ ਫੋਕਸ ਕਰਕੇ ਆਪਣੀ ਐਂਬੀਸ਼ਨਸ ਦੀ ਪੂਰਤੀ ਦੀ ਪੂਰੀ એનર્ਜੀ ਲਾ ਰਿਹਾ, ਪਰ ਮੈਂ ਤਾਂ ਤੇ ਨਹੀਂ ਸੋਚਿਆ ਹੀ ਨਹੀਂ ਕਿ ਕਿਤੇ ਰਸਤੇ 'ਚ ਮੈਨੂੰ ਕੋਈ ਰੁਕ ਕੇ ਕਹਿ ਰਿਹਾ ਕਿ ਟ੍ਰੇਨ ਤਾਂ ਰੁਕਣ ਵਾਲੀ, ਤੇਰਾ ਉਤਰਨ ਦਾ ਸਮਾਂ ਆ ਗਿਆ। ਇਹ ਤੇ ਮੈਂ ਧਿਆਨ ਹੀ ਨਹੀਂ ਕੀਤਾ। ਉਹੀ ਲਿਖਦਾ ਹੈ, ਕਹਿੰਦੇ somewhere someone tapped me on my shoulder and said time to get off, ਤੇ ਕਹਿੰਦਾ ਮੈਂ ਹੈਰਾਨ ਵੀ ਹੋਇਆ ਕਿ what do you mean, ਕਹਿੰਦਾ ਨਹੀਂ, you have to get off। ਇਸੇ ਤਰ੍ਹਾਂ ਮੌਤ ਸਾਨੂੰ ਕਿਸੇ ਵੇਲੇ ਦਸਤਕ ਦੇਗੀ, ਟਾਈਮ ਟੂ ਗੈਟ ਆਫ ਆ ਜਾਏਗਾ, ਫਿਰ ਸਮਝ ਆਣੀ ਕਿ ਪੱਲੇ ਕੀ ਹੈ। ਮਹਾਰਾਜਾ ਕਹਿੰਦੇ ਕਿ ਤਾਂ ਸਮਝ ਆਣੀ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਤੇਰੇ ਸੰਗ ਨਾ ਚਾਲੇ। ਉਦੋਂ ਸਮਝ ਆਣੀ ਕਿ ਮੇਰੇ ਨਾਲ ਕੁਝ ਜਾਣਾ ਨਹੀਂ, ਹੋਰ ਕਿਸੇ ਨੇ, ਨਾਮ ਜਾਏਗਾ ਬਸ। ਤਾਂ ਕੀ ਕਰੀਏ, ਮਿਲੇ ਕਿਰਪਾ ਗੁਣਗਾਮ, ਉਹਦੇ ਗੁਣ ਗਾ ਕੇ ਆਪਣਾ ਮਨ ਛੱਡ ਦਈਏ, ਵਿਆਕੁਲ ਹੋਇਆ ਮਨ, ਪਰੇਸ਼ਾਨੀ ਹੋਇਆ ਮਨ, ਪਿੱਛੇ ਛੱਡ ਦਈਏ, ਸੁਰਤ ਕਰਕੇ ਸ਼ਬਦ ਨਾਲ ਉਡਾਰੀ ਮਾਰੀਏ। ਤਾਂ ਇਸ ਦੇਸ਼ ਦਾ ਜਿਹੜਾ ਵੀਜ਼ਾ ਹੈ ਬੇਗਮਪੁਰਾ ਦਾ, ਉਹ ਗੁਰੂ ਸ਼ਬਦ ਉਹਦਾ ਵੀਜ਼ਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਪਏ ਹੈ ਸ਼ਬਦ ਰੂਪੀ ਉਡਾਰੀ ਮਰਵਾਉਣ ਨੂੰ, ਸਾਨੂੰ ਤਿਆਰ ਹੋ ਗਏ, ਸਾਨੂੰ ਸਮਝਾ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਸਾਨੂੰ ਕਹਿ ਰਹੇ ਹੈ, ਇਹ ਵੀਜ਼ਾ ਲੈ ਭਾਈ, ਉਸ ਦੇਸ਼ ਤੇ ਜਾ, ਜਿਸ ਦੇਸ਼ ਵਿੱਚ ਤੁਸੀਂ ਬੈਠੇ ਹੋ ਇਹ ਉਹ ਦੇਸ਼ ਨਹੀਂ, ਇਹਦੇ ਰੰਗ ਕੁਝ ਹੋਰ ਨੇ। ਇਹ ਹੈ ਖਾਲ ਇਸ ਵੀਜ਼ੇ ਦਾ। ਤਾਂ ਸ਼ਬਦ ਦੇ ਵਿੱਚ ਧਿਆਨ ਕਰੀਏ।
ਹੋਰ ਕਿਧਰੇ ਚਲੇ ਜਾਂਦਾ, ਮੇਰੀ वॉक किधरे होर हो जाती है। महाराज कह रहे अब मोहे खूब वतन कह पाई, वहां खैर सदा मेरे पाई। बेगमपुरा शहर को नाओ, दुख अंदो नहीं तैथाओ। ना दुख है उत्थे, बिना गमां दे शहर विच कोई दुख नहीं है, ना इत्थे चिंता है, वरी नहीं है। मेरे हर दुख का कारण मैनू चिंता के रूप में प्रगट होके प्रतिबिंब उत्थों आंदा है। दैट्स लाइक द मिरर ऑफ माई माइंड। मेरी चिंता चो मैनू पकड़ लैंदी है, मैनू मेरा थॉट पकड़ लैंदी है। उडारी मारदा थॉट फ्रीडम विच, आज़ादी च एक थॉट आके पकड़ लैंदी है। बड़े आनंद विच बैठा है, किधरे सोच रहा है, खुशी की गल देख सोच रहा है, दूजी थॉट आके पकड़ लैंदी है। क्यों? अपनी पाले हुई थॉट्स हैगियां। ਅਸੀਂ ਆਪ ਹੀ ਇਹਨਾਂ ਨੂੰ ਪਾਣੀ ਦੇ ਦੇ ਕੇ ਆਪਣੇ ਮਨ ਵਿੱਚ ਵਸਾਉਂਦੇ ਆ, ਜਿਹੜੇ ਸਾਨੂੰ ਬੇਚੈਨ ਕਰਦੀਆਂ ਨੇ। એનર્ਜੀ ਤਾਂ ਸਾਡੇ ਕੋਲੋਂ ਹੀ ਲੈਂਦੀਆਂ ਨੇ, ਪੈਰਾਸਾਈਟਸ ਨੇ ਜਿਹੜੀ ਸਾਨੂੰ ਡਰੇਨ ਕਰਦੀ ਹੈ। ਮਹਾਰਾਜ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈਠਾਉ। ਨਾ ਉੱਥੇ ਚਿੰਤਾ ਹੈ ਨਾ ਦੁੱਖ ਹੈ। ਦੇਖੋ ਜਿਹੜੀ ਕਿਸੇ ਕੋਲ ਟੈਂਜੀਬਲ ਕੋਈ ਚੀਜ਼ ਹੋਏਗੀ, ਜ਼ਮੀਨ ਹੋਏਗੀ, ਗੱਡੀ ਹੋਏਗੀ, कोई वैल्थ होएगी, उस ते टैक्स लगेगा। उत्थे सानू गौरमेंट नू टैक्स देना, किसी नू टैक्स देना, क्योंकि वैल्थ की निगाह दूजे दी रहिंदी है। साडी वैल्थ एक इहो जी चीज़ है जिस ते सब दी निगाह रहिंदी है, सब लभदे फिरदे है। जे मेरे कोल वड्डी गड्डी होएगी तो 10 लोग देखणगे, छोटी होएगी तो 4 देखणगे। जिहदे कोल घट है वो उपर नू दिखदा ही रहिंदा है, क्योंकि मन दी है, मन ने सुखा विच इसे तरह अपने आप नू इन्वेस्ट किया होया है। देखो ना, असी गड्डियां च फिरदे, असी हुण 2 महीने पहले कुछ भी असी सोचते सी इन्हां दे बिना जीवांगे नहीं, पर ना तो हुण गड्डी दी लोड़ है। जीवन तो इवें चलदा ना, मन की अवस्था दे कोई फर्क नहीं पिया। इसे तरह ਅਸੀਂ ਆਪਣੇ ਆਪ ਨੂੰ ਡਿਫਾਈਨ ਕਰ ਜਾਂਦੇ ਹਾਂ ਕਿ ਜੀ ਇਸ ਤਰ੍ਹਾਂ ਦੇ ਸਾਨੂੰ ਲੋੜ, ਇਹ ਤੇ ਸਾਡੀਆਂ ਲੋੜਾਂ ਹੈਗੀਆਂ। ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ? ਬਾਅਦ ਦਫਾ ਆਪਣੇ ਆਪ ਨਹੀਂ, ਕਿਸੇ ਹੋਰ ਨੂੰ ਦੇਖ ਕੇ ਕਰਦੇ ਹਾਂ। ਉਹਦੇ ਕੋਲ ਇਹ ਤੇ ਮੇਰੇ ਕੋਲ ਇਹ ਹੋਣਾ ਚਾਹੀਦਾ। ਸੋ ਇਹਨੂੰ ਕਹਿੰਦੇ ਦੀ ਅਦਰ ਇਜ਼ ਹੈਲ, ਇਹ ਨਰਕ ਦੀ ਖਾਈ ਹੈ ਹੁਣ। ਕਿਉਂਕਿ ਆਈ ਡੋਂਟ ਨੋ ਮਾਈ ਸੈਲਫ, ਮੈਂ ਆਪਣੇ ਸੰਤੋਖ ਵਿੱਚ ਨਾ ਹੋ ਕੇ ਦੂਜੇ ਵੱਲ ਨਿਗਾਹ ਕਰੀ ਫਿਰਦਾ। ਤਾਂ ਮਹਾਰਾਜ ਕਹਿੰਦੇ ਨਾ ਤਸਵੀਜ਼ ਖਿਰਾਜ ਨਾ ਮਾਲ। कोई घबराहट नहीं है, कोई एंग्जाइटी नहीं है, ना कोई टैक्स है। मेरे माल ही नहीं है तो टैक्स कादा होएगा? मेरा कोल माल ही कुछ नहीं है, मेरी जेब में कुछ नहीं पिया होया। मैं बॉर्डर पार करांगा, मैनू रोकदे है कि की है गड्डी च कुछ है ही नहीं, ना मेरी कोई जेब में कुछ है, ना साजो ना बाजो ना फौजो ना फर्श, खुदावंद बख्शन दे ऐश अर्श। यह ब्रह्म ज्ञानियों की गल है, जिन्होंने ब्रह्म जानिया, आनंद की गल है। जिन्हें आनंद नू जानिया, यह उन्हां दी चिट्ठी है सानू। The potential lies in us also. We can choose to deny it. We can choose to say कि नहीं है जी मेरे को, या ਅਸੀਂ ਕਹੀਏ कि जी मेरे लिए पॉसिबिलिटी नहीं है। मैं अपने दरवाजे आप ही बंद कर दिया तो मैं अपना आप ही दुश्मन हो गया। एक होर बड़ी प्यारी गल कहते खौफ ना खता ना तर जवाल। कहते गलती नहीं इत्थे, खता ही नहीं है, खौफ डर नहीं है। किहो जिहा शहर है भाई, ना घाटा है। बिजनेसमैन नुकसान करता दुखी हो जाता है। उस दिन एक साधु गल सुनाते सी, कहते वो मेरे को एक मेरा सेवक आया वो कलकत्ते तो, कह जी अज बड़ा उदास सी मन। तो उन्हें कहा जी की होया? नहीं नुकसान हो गया। कि नुकसान हो गया? उसकी वोटी नाल बैठी सी, कहते जी कोई नुकसान नहीं होया, 1 करोड़ का फायदा लभदे सी बिजनेस चो, 70 लाख का होया, वो भी नुकसान है। बेंचमार्किंग बड़ी टफ है। ਅਸੀਂ ਸੁੱਖ ਦਾ ਰਸਤਾ ਹੀ ਬੰਦ ਕਰ ਦਿੰਦੇ ਹਾਂ ਜੀਵਨ ਦਾ। ਕੰਡੀਸ਼ਨਸ ਇੰਨੀਆਂ ਪਾ ਦਿੰਦੇ ਆ, ਉਹ ਸੁੱਖ ਵਿਚਾਰਾ ਦਸਤਕ ਦਿੰਦਾ ਰਹਿੰਦਾ ਹੈ ਕਿ ਬਈ ਮੈਂ ਕਿਧਰੇ ਰਿਲੈਕਸ ਕਰੇ ਇਹਦਾ ਮਨ, ਕਿਧਰੇ ਥੋੜੀ ਦੇਰ ਸ਼ਾਂਤ ਹੋਏ ਤਾਂ ਮੈਂ ਉਡਾਰੀ ਮਾਰਾਂ ਇਹਦੇ ਵਿੱਚ, ਨਾਮ ਦੇ ਵਿੱਚ ਲੀਨ ਹੋ ਜਾਏ। ਅਸੀਂ ਉਹਨਾਂ ਨੂੰ ਪੋਸੀਬਿਲਿਟੀ ਦੀ ਬੰਦ ਕਰ ਦਿੰਦੇ ਹਾਂ, ਕਿਉਂਕਿ ਕੰਡੀਸ਼ਨਿੰਗ ਇਹੋ ਜਿਹੀ ਹੈ ਸਾਨੂੰ। ਇੱਕ ਤੇ ਅਸੀਂ ਜੀਵਨ ਨੂੰ ਓਪਨ ਹਾਰਟਡਲੀ ਨਹੀਂ ਜੀਆ, ਮਤਲਬ ਦੁੱਖ ਨੂੰ ਅਸੀਂ ਪੂਰਾ ਆਲੰਘਨ ਨਹੀਂ ਕੀਤਾ। ਜਦੋਂ ਦੁੱਖ ਆਇਆ
ਅਸੀਂ ਅਵੋਇਡ ਕੀਤਾ। ਤਾਂ ਸਾਨੂੰ ਸਿਖਾਇਆ ਨਹੀਂ ਦੁੱਖ ਨੇ ਕਿ ਕੀ ਅਸਲੀਅਤ ਹੈ ਦੁਨੀਆ ਦੀ। ਦੂਸਰਾ, ਸਾਨੂੰ ਆਲੇ ਦੁਆਲੇ ਨੇ ਵੀ ਦੱਸਿਆ ਉਹ ਯਾਰ ਬੇਵਕੂਫ ਹੈ, ਇੱਧਰ ਕੌਣ ਜਾਂਦਾ ਹੈ, ਸਾਰੇ ਸਿਆਣੇ ਨੇ। ਮਹਾਰਾਜ ਵੀ ਸਾਨੂੰ ਦੱਸਦੇ ਆ, ਆਸਾ ਦੀ ਵਾਰ ਚ ਵੀ ਕਹਿੰਦੇ ਨੇ ਸਾਰੇ ਹੀ ਸਿਆਣੇ ਨੇ ਭਈ ਇੱਥੇ ਤੇ। ਵਸਤੂ ਜਾਣੀ ਨਹੀਂ, ਜੀਵਨ ਜਾਣਿਆ ਨਹੀਂ, ਜੀਵਨ ਦੇ ਐਕਸਪਰਟ ਸਾਰੇ ਬਣੇ ਹੋਏ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕਿਵੇਂ ਸਮਝਾਉਂਦੇ ਨੇ ਪਿਆਰ ਨਾਲ, ਕਹਿ ਰਹੇ ਨਾ ਤਾਂ ਡਰ ਹੈ ਭਾਈ, ਨਾ ਖੌਫ ਹੈ। ਦੱਸੋ ਕਿਹੋ ਜਿਹਾ ਦੇਸ਼ ਹੋਏ ਜਿੱਥੇ ਨਾ ਡਰ ਹੋਏ, ਨਾ ਖੌਫ ਹੋਏ, ਨਾ ਗਲਤੀ ਹੋਏ। ਗਲਤੀ ਵੀ ਮੈਂ ਨਹੀਂ ਕਰ ਸਕਦਾ, ਜਾਣੇ ਅਣਜਾਣੇ ਕੋਈ ਗਲਤੀ ਨਹੀਂ ਹੋ ਸਕਦੀ। ਨਾ ਕਹਿੰਦਾ ਨੁਕਸਾਨ ਹੈ ਇੱਥੇ, ਨਾ ਕੋਈ ਪੋਸਿਬਿਲਿਟੀ ਆਫ ਨੁਕਸਾਨ ਹੈ, ਔਰ ਇਹ ਸਦਾ ਲਈ ਹੈ। ਗੋ ਬੈਕ ਟੂ ਦੈਟ ਵਰਡ ਅਗੇਨ। ਮਹਾਰਾਜ ਜਿਹੜੇ ਕਹਿੰਦੇ ਸੀ ਕਿ ਅਬ ਮੋਏ ਖੂਬ ਵਤਨ ਗਏ ਭਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਿਹੜੀ ਖੈਰ ਹੈ? ਇਹ ਖੈਰ ਨੂੰ ਦੱਸ ਰਹੇ ਨੇ, ਕਿਹੜੀ ਖੈਰ? ਇਹ ਖੈਰ ਹੈ, ਨਾ ਫਿਕਰ ਹੈ, ਨਾ ਡਰ ਹੈ, ਨਾ ਟੈਕਸ ਹੈ, ਨਾ ਗਲਤੀ ਹੈ, ਨਾ ਕੋਈ ਸੋਚ ਹੈ ਬਹੁਤੀ, ਨਾ ਕੋਈ ਚਿੰਤਾ ਹੈ, ਨਾ ਕੋਈ ਐਂਗਜ਼ਾਇਟੀ ਹੈ। ਇਹ ਹੈ ਸਦਾ ਲਈ, ਦਿਸ ਇਜ਼ ਫੋਰਐਵਰ। ਇਹਦੀ ਓਪਰਚੁਨਿਟੀ ਕਿੱਥੇ ਹੈ? ਇਹਦੀ ਹੁਣ ਓਪਰਚੁਨਿਟੀ ਹੈ। ਭੇ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਕੁੱਤੇ ਕੋਲ ਪੋਸਿਬਿਲਿਟੀ ਨਹੀਂ ਹੈ। ਕੋਈ ਸੂਅਰ ਆਏ ਕਹੇ ਮੈਂ ਬ੍ਰਹਮ ਗਿਆਨ ਦੇਣਾ, ਮੈਨੂੰ ਵੀ ਇਸ ਦੇਸ਼ ਵਿੱਚ ਵਾੜ ਦਿਓ, ਨਾ ਹੋਏਗਾ, ਉਹਦੇ ਲਈ ਨਹੀਂ ਹੋਏਗਾ। ਜਾਨਵਰ ਨਹੀਂ ਕਰ ਸਕਦਾ, ਪੇੜ ਨਹੀਂ ਕਰ ਸਕਦੇ, ਉਹ ਤਾਂ ਆਪਣੇ ਆਪ ਵਿੱਚ ਪਰਿਪੂਰਨ ਨੇ। ਪੌਦੇ ਨੂੰ ਨਹੀਂ ਸਿਖਾਉਣਾ ਬੰਦਾ ਪੌਦਾ ਬਣਨਾ, ਬੰਦੇ ਨੂੰ ਸਿਖਾਉਣਾ ਪੈ ਰਿਹਾ ਬੰਦਾ ਕਿਵੇਂ ਬਣਨਾ ਹੈ। ਉਹਦੇ ਅੰਦਰ ਜੋ ਵਸਤੂ ਪਈ ਹੈ ਉਹ ਉਹਦੇ ਵਿੱਚ ਪੂਰਨ ਹੈ, ਪਰ ਇਨਸਾਨ ਵਿੱਚ ਜੋ ਵਸਤੂ ਪਈ ਹੈ ਉਸ ਨੂੰ ਇਨਸਾਨ ਜਾਣਨ ਨੂੰ ਤਿਆਰ ਨਹੀਂ ਹੈ। ਇਹਦੇ ਲਈ ਪੂਰਨ ਨਹੀਂ ਹੈ, ਇਨਕੰਪਲੀਟ ਹੈ। ਔਰ ਜਦ ਤੱਕ ਨਹੀਂ ਪ੍ਰਾਪਤ ਕਰੇਗਾ, ਇਨਕੰਪਲੀਟਨੈਸ ਵਿੱਚ ਹੀ ਘੁੰਮਦਾ ਰਹੇਗਾ। ਲਾਟੂ ਮਦਾਨੀਆਂ ਅਨਗਾ, ਪੰਖੀ ਪਾਉਂਦਿਆ ਲੈਣ ਨਸਾ, ਭਟਕਦਾ ਹੀ ਰਹੇਗਾ। ਇੱਕ ਛੋਟਾ ਜਿਹਾ ਸੁੱਖ, ਫਿਰ ਕਈ ਦੁੱਖ, ਫਿਰ ਛੋਟਾ ਜਿਹਾ ਸੁੱਖ, ਫਿਰ ਇਸੇ ਤਰ੍ਹਾਂ ਚਲਾਉਂਦਾ ਰਹੇਗਾ ਗੱਡੀ। ਅੱਜ ਮੈਂ ਇੱਕ ਬੜੀ ਗੱਲ ਵਿਚਾਰਦਾ ਸੀ ਕਿ ਦੋ ਗੱਲਾਂ ਜੀਵਨ ਵਿੱਚ ਜ਼ਰੂਰੀ ਹੁੰਦੀਆਂ ਇਨਸਾਨ ਨੂੰ। ਇੱਕ ਤਾਂ ਆਈ ਕਿ ਮੈਂ ਹਾਂ, ਇਹਦੀ ਅਫਰਮੇਸ਼ਨ ਚਾਹੀਦੀ ਮੈਨੂੰ, ਕਿ ਲੋਕ ਮੇਰੇ ਆਲੇ ਦੁਆਲੇ ਔਰ ਮੈਂ ਆਪਣੇ ਆਪ ਨੂੰ ਅਫਰਮ ਕਰਾਂ ਕਿ ਮੈਂ ਹਾਂ। ਦੂਸਰਾ, ਮੈਂ ਸਦਾ ਲਈ ਆਨੰਦ ਵਿੱਚ ਹਾਂ। ਇਹ ਦੋ ਚੀਜ਼ਾਂ ਮੈਂਡੇਟਰੀ ਨੇ ਮੇਰੇ ਲਈ। ਅਗਰ ਮੈਂ ਕਿਸੇ ਸਭਾ ਵਿੱਚ ਜਾਵਾਂ, ਮੈਨੂੰ ਕੋਈ ਨਾ ਪਛਾਣੇ, ਕੋਈ ਨਾ ਜਾਣੇ, ਤਾਂ ਮੈਂ ਉੱਥੋਂ ਨਿਕਲ ਆਵਾਂਗਾ, ਕਿਉਂਕਿ ਮੈਨੂੰ ਕੋਈ ਧਿਆਨ ਹੀ ਨਹੀਂ ਰਿਹਾ ਮੈਂ ਕੀ ਕਰ ਰਿਹਾ ਉੱਥੇ। ਜਿੱਥੇ ਜਾਣੇਗਾ ਉੱਥੇ ਮੈਂ ਕਹਾਂਗਾ ਹਾਂ ਇਹ ਦੋ ਬੰਦੇ ਚੰਗਾ ਰਿਹਾ ਯਾਰ, ਤੂੰ ਮਿਲ ਗਿਆ, ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ ਇੱਥੇ। ਸੋ ਮੇਰਾ ਹੋਣਾ, ਮੇਰੀ ਬਾਹਰ ਦੇ ਦੁਨੀਆ ਵਿੱਚ ਜਾਣਨਾ ਜ਼ਰੂਰੀ ਹੋਇਆ ਮੇਰੇ ਲਈ, ਪਰ ਅੰਦਰੋਂ ਵੀ, ਅੰਦਰ ਮਨ ਵਿੱਚ ਵੀ ਜਾਣਨਾ ਜ਼ਰੂਰੀ ਹੈ। ਤਾਂ ਮੈਂ ਕੀ ਕਰਦਾ, ਮੈਂ ਫਿਰ ਡਾਕਟਰ ਦੀ ਡਿਗਰੀ ਲੈ ਲਈ, ਮੈਂ ਡਾਕਟਰ ਹਾਂ, ਮੈਂ ਇੰਜੀਨੀਅਰ ਹਾਂ, ਮੈਂ ਸੌਫਟਵੇਅਰ ਇੰਜੀਨੀਅਰ ਹਾਂ, ਮੈਂ ਇਤਨਾ ਕਮਾਉਂਦਾ। these are affirmations of my life, they may not be actually giving me happiness but they give me identity। ਇਹਦਾ ਮਤਲਬ ਸਮਝੀਏ ਕਿ ਮੈਨੂੰ ਈਗੋ ਮੇਰੀ ਇੱਥੋਂ ਖੜੀ ਹੁੰਦੀ ਹੈ, ਮੈਂ ਈਗੋ ਨੂੰ ਖੜਾ ਕਰਦਾ ਪਹਿਲੇ, ਉਹ ਵੀ ਜ਼ਰੂਰੀ ਹੈ। ਈਗੋ ਦਾ ਟਰਾਂਸਫਰਮੇਸ਼ਨ ਤਾਂ ਹੀ ਹੋਏਗਾ ਜੇ ਈਗੋ ਹੈ। ਜੇ ਕੋਈ ਹੈ ਹੀ ਨਹੀਂ ਤਾਂ ਟਰਾਂਸਫਾਰਮ ਕਿਸ ਤਰ੍ਹਾਂ ਹੋਏਗਾ? ਜੇ ਮੇਰੇ ਕੋਲ ਕੋਈ ਵਸਤੂ ਹੀ ਨਹੀਂ, ਮੈਂ ਅਰਪਾਂਗਾ ਕੀ ਗੁਰੂ ਅੱਗੇ? ਅਗਰ ਮੈਂ ਨਾ ਕੋਈ ਭਾਸ਼ਾ ਜਾਣਾ, ਨਾ ਦੁਨੀਆ ਨਾਲ ਇੰਟਰੈਕਟ ਕਰਾਂ, ਨਾ ਮੈਂ ਕੁਝ ਹੋਵਾਂ, ਤਾਂ ਫਿਰ ਕਿਸ ਤਰ੍ਹਾਂ ਮਨ ਨੂੰ ਅਰਪਣ ਕਰਾਂਗਾ? ਮੈਂ ਖੜਾ ਕਰਦਾ ਵਾਂ, ਪਰ ਮੈਂ ਮਨ ਵਿੱਚ ਅਗਰ ਸੁੱਖ ਔਰ ਦੁੱਖ ਨੂੰ ਐਕਸੈਪਟ ਕਰਦਾ ਕਿ ਸੁੱਖ ਔਰ ਦੁੱਖ ਆਣਗੇ, ਤਾਂ ਫਿਰ ਮੇਰਾ ਜੀਵਨ ਕੌਨਫਲਿਕਟ ਤੋਂ ਬਾਹਰ ਹੋ ਜਾਂਦਾ ਹੈ। ਔਰ ਫਿਰ ਮੈਂ ਦੇਖਾਂਗਾ ਅਗਰ ਇਹ ਆਣ ਜਾਣ ਚੱਲੇਗਾ ਤੇ ਥਿਰ ਕੀ ਹੈ ਇੱਥੇ? ਉਹ ਕਿਹੜਾ ਜਿਹੜਾ ਕਦੇ ਨਹੀਂ ਜਾਏਗਾ, ਉਹ ਜਿਹੜਾ ਗੁਰੂ ਅਮਰਦਾਸ ਕਹਿ ਰਹੇ ਹੈ, ਉਹ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪਿਆਰਾ ਸ਼ਬਦ ਸੱਚਾ, ਸੱਚ, ਸਚਿਆਰਾ, ਉਹ ਸਤਨਾਮ, ਸੱਚਾ ਬਣ, ਸੱਚ ਰੂਪ ਹੋ ਜਾ, ਸੱਤ ਨੂੰ ਜਾਣ ਲੈ, ਉਹ ਸੱਤਾ ਹੈ, ਸੱਤ ਹੈ, ਉਹ ਸਦਾ ਹੈ। ਜਿਵੇਂ ਇਸ ਸ਼ਬਦ ਵਿੱਚ ਭਗਤ ਰਵਿਦਾਸ ਸਦਾ ਦੀ ਗੱਲ ਸਾਨੂੰ ਸੁਣਾ ਰਹੇ ਹੈ, ਕਿਵੇਂ ਪਿਆਰ ਨਾਲ ਦੱਸਦੇ ਨੇ, ਕੀ ਕੁਝ ਦੱਸਦੇ ਨੇ, ਕਿੰਨਾ ਸਮਝਾਤਾ ਉਹਨਾਂ ਨੇ ਕਿ ਇਹੋ ਜਿਹਾ ਵੀ ਕੋਈ ਸ਼ਹਿਰ ਹੈ। ਕੈਨੇਡਾ ਜਾਓਗੇ ਟੈਕਸ ਤਾਂ ਉੱਥੇ ਵੀ ਲੱਗੇਗਾ, ਸੁੱਖ ਦੁੱਖ ਉੱਥੇ ਵੀ ਚੱਲਣਗੇ। ਹਾਂ, ਜਿੱਥੇ ਕੌਨਫਲਿਕਟਸ ਲੈਸ ਹੋਣਗੇ, ਜਿੱਥੇ ਸੋਚ ਘਟੇਗੀ,
ਟੈਕਸ ਘੱਟ ਹੋਣਗੇ, ਉੱਥੇ ਦੁਨੀਆ ਜਾਂਦੀ ਹੈ, ਟੈਕਸ ਲੈਕਸ ਹੈਵਨ ਬਣਦੇ। ਕਹਿੰਦੇ ਇਹ ਸੇਂਟ ਮਾਰਟਿਨ, ਇੱਥੇ ਕੋਈ ਟੈਕਸ ਨਹੀਂ ਲੱਗਦਾ, ਸਾਰੀ ਦੁਨੀਆ ਉੱਥੇ ਕਹਿੰਦੀ ਹੈ ਇੱਧਰ ਜਾਣਾ ਚਾਹੀਦਾ ਹੈ। ਇਹ ਦੇਸ਼ ਹੈ ਜਿੱਥੇ ਨਾ ਟੈਕਸ ਲੱਗਦਾ ਹੈ, ਨਾ ਫਿਕਰ ਹੈ, ਨਾ ਡਰ ਹੈ, ना खौफ है, ना खता है, गलती भी नहीं है। अब मोहे खूब वतन गए पाई, वहां खैर सदा मेरे पाई, कायम दायम सदा पातशाही। स्टेबल माइंड विच जड़ा बंदा चला जाता है, उस वर्गा राजा कोई है नहीं। जिहड़ी असीं उस दिन भी विचारी सी गल, कायम है, उस सदा है। महाराज किवें कहंदे ने फिर, अब मोहे खूब वतन गए पाई, वहां खैर कायम दायम सदा पातशाही। कहते हैं वो थिर है, स्टेबल है और सदा ਲਈ है। दायम शब्द फिर ਵਰਤਦੇ ਨੇ सदा ਲਈ। ਇਹਨੂੰ ਜਾਣਨਾ ਜ਼ਰੂਰੀ ਹੈ ਕਿ ਜੀਵਨ ਵਿੱਚ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਸਦਾ ਲਈ ਸਮਝਦੇ ਹਾਂ ਉਹ ਸਾਡੇ ਲਈ ਸਦਾ ਲਈ ਹੈ ਨਹੀਂ। ਪੁੱਤਰ ਕਲਤਰ ਲక్ష్ਮੀ ਮਾਇਆ, these are ਗੁਰੂ ਸਾਹਿਬ ਵੀ ਸਾਨੂੰ ਸਮਝਾਉਂਦੇ ਗਏ ਨੇ, ਡਿਨਾਇਲ ਚ ਨਹੀਂ ਰਹਿਣਾ, ਇਹਨਾਂ ਨੂੰ ਜੀਣਾ ਹੈ, ਪਰ ਇਹ ਐਕਸੈਪਟੈਂਸ ਵਿੱਚ ਜੀਏ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਮੇਰੇ ਨਾਲ ਲਿਖਿਆ, ਇਹਦੀ ਐਕਸੈਪਟੈਂਸ ਹੈ ਮੈਨੂੰ, ਕਿ ਆਏ ਨੇ ਇਹ ਜਾਣਗੇ ਵੀ। ਇਹ ਐਕਸੈਪਟੈਂਸ ਜਦੋਂ ਮੈਨੂੰ ਹੋ ਗਈ, ਜੀਵਨ ਦਾ ਮੇਰਾ ਰੰਗ ਬਦਲੀ ਹੋ ਗਿਆ। ਜਦੋਂ ਮੈਨੂੰ ਇਹ ਗਿਆਨ ਹੋ ਗਿਆ ਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਸਾਰਾ ਜਾਣਾ ਹੈ, ਔਰ ਮੈਂ ਇਹਨੂੰ ਐਕਸੈਪਟ ਕਰ ਲਵਾਂ। ਐਕਸੈਪਟ ਮਤਲਬ ਬੁੱਝ ਲਵਾਂ ਜੀਵਨ ਵਿੱਚ ਕਿ ਨਾਓ ਥੀਸ ਵਿਲ ਆਲ ਗੋ ਐਂਡ ਆਈ ਐਮ ਪ੍ਰੀਪੇਅਰਡ ਟੂ ਲੈਟ them ਗੋ। ਫਿਰ ਕੌਨਫਲਿਕਟ ਤੇ ਸਾਰੀ ਸ੍ਰਿਸ਼ਟੀ ਦੇ ਮੁੱਕ ਜਾਣਗੇ, ਫਿਰ ਕੋਈ ਇਸ਼ੂ ਨਹੀਂ ਰਹੇਗਾ। ਫਿਰ ਤਾਂ ਕੂੜ ਦੀ ਪਾਲ ਟੁੱਟ ਜਾਣੀ ਮਹਾਰਾਜ ਜਿਵੇਂ ਸਮਝਾਉਂਦੇ। ਪਰ ਇਹਦੀ ਐਕਸੈਪਟੈਂਸ ਮੈਂ ਨਹੀਂ ਕਰ ਸਕਦਾ, ਇਹ ਮੈਨੂੰ ਬੜਾ ਮੁਸ਼ਕਿਲ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਡਿਫਾਈਨ ਹੀ ਕੀਤਾ ਇਸ ਮਨ ਨਾਲ। ਇਸ ਮਨ ਨੂੰ ਮੈਂ ਖੜਾ ਕੀਤਾ, ਇਹਨੂੰ ਛੱਡਣਾ ਮੈਂ ਤਿਆਰ ਨਹੀਂ ਹਾਂ। ਮੈਂ ਹੀ ਨਿਕਲ ਜਾਵਾਂਗਾ। ਮੇਰਾ ਡਰ ਇਹ ਹੈ ਕਿ ਜਿਸ ਦਿਨ ਇਹ ਸਭ ਕੁਝ ਚਲਾ ਗਿਆ ਉਸ ਦਿਨ ਮੈਂ ਵੀ ਗਿਆ। ਉਹੀ ਮੈਨੂੰ ਮੌਤ ਹੈ ਕਿ ਜਿਸ ਦਿਨ ਮੌਤ ਆਏਗੀ ਮੈਂ ਨਹੀਂ ਰਵਾਂਗਾ। ਕਿਉਂਕਿ ਜਿਨ੍ਹਾਂ ਚੀਜ਼ਾਂ ਨਾਲ ਮੈਂ ਆਪ ਨੂੰ ਆਈਡੈਂਟੀਫਾਈ ਕੀਤਾ ਉਹ ਕਾਇਮ ਔਰ ਦਾਇਮ ਨਹੀਂ ਹਨ, ਉਹ ਸਦਾ ਥਿਰ ਨਹੀਂ ਹਨ। ਇਹੋ ਜਿਹੀ ਮੇਰੇ ਕੋਲ ਕੋਈ ਵਸਤੂ ਨਹੀਂ ਹੱਥ ਵਿੱਚ ਮੇਰੇ ਜਿਹੜੀ ਸਦਾ ਥਿਰ ਹੈ। ਅਗਰ ਹੋਏ ਤਾਂ ਫਿਰ ਮੈਂ ਵੀ ਉਸ ਵਿੱਚ ਉਹਦੇ ਨਾਲ ਥਿਰ ਹੋ ਜਾਂਦਾ ਵਾਂ। ਜੇ ਮੇਰੇ ਜੀਵਨ ਅੱਜ ਆਪ ਬੈਠ ਕੇ ਮੈਂ ਵੀ ਬੈਠਾਂਗਾ, ਰਾਤੀ ਬੈਠ ਕੇ ਇੱਕ ਲਿਸਟ ਬਣਾਵਾਂਗਾ ਮੇਰੇ ਜੀਵਨ ਵਿੱਚ ਕੀ ਕੀ ਹੈ ਜਿਹੜਾ ਮੇਰੇ ਨਾਲ ਰਿਲੇਟਡ ਹੈ, ਮੇਰੇ ਨਾਲ ਵਾਸਤਾ ਰੱਖਦਾ ਹੈ, ਉਹਨਾਂ ਚੋਂ ਕਿਹੜੀ ਇੱਕ ਵਸਤੂ ਹੈ ਜਿਹੜੀ ਸਦਾ ਲਈ ਹੈ। ਕੀ ਇਸ ਤਰ੍ਹਾਂ ਦੀ ਕੋਈ ਵਸਤੂ ਹੈ ਵੀ ਕਿ ਨਹੀਂ ਵੀ ਹੈ? ਅਗਰ ਨਹੀਂ ਹੈ ਤਾਂ ਆਈ ਐਮ ਇਨ ਟਰਬਲ, ਬਿਕੋਜ਼ ਆਲ ਦਿਸ which surrounds me is all preparing itself to go। ਸਮਝੀਏ ਗੱਲ ਨੂੰ, preparing itself to go। ਮੌਤ ਇੱਕ ਦਿਨ ਇੱਕ ਘੜੀ ਚ ਨਹੀਂ ਆਉਂਦੀ, ਮੌਤ ਤਾਂ ਸਦਾ ਵਰਤ ਰਹੀ ਹੈ ਸਾਡੇ ਨਾਲ। ਜਿਵੇਂ ਫੇਡੋ ਡਾਇਲੋਗ ਵਿੱਚ ਸੋਕਰਟੀਸ ਇਸ ਤੇ ਵੀ ਜਾਂਦਾ ਹੈ, ਕਿਉਂਕਿ ਅਖੀਰ ਉਹਦੇ ਦੋਸਤ ਰੋ ਪੈਂਦੇ ਹੈ, ਕਹਿੰਦੇ ਯਾਰ ਤੂੰ ਤਾਂ ਜ਼ਹਿਰ ਲੈ ਕੇ ਮਰ ਜਾਏਗਾ, ਸਾਡਾ ਤੇ ਤੂੰ ਸਾਥ ਹੀ ਨਹੀਂ ਰਹਿਣਾ ਤੇਰੇ ਨਾਲ, ਤੇ ਤੂੰ ਮੌਤ ਤੋਂ। ਫਿਰ ਉਹ ਸਮਝਾਉਂਦਾ ਮੈਂ ਮੌਤ ਤੋਂ ਡਰਦਾ ਨਹੀਂ ਹਾਂ। ਕਿਉਂ ਨਹੀਂ ਡਰਦਾ ਵਾਂ? ਉਹ ਕਹਿੰਦਾ ਲਿਵਿੰਗ ਐਂਡ ਡਾਈਂਗ ਆਰ ਆਲਸੋ ਟੂਗੇਦਰ। ਆਈ ਐਮ ਮੋਰ ਡੈਡ ਟੂਡੇ ਦੈਨ ਆਈ ਵਾਜ਼ ਯੈਸਟਰਡੇ। ਇੱਕ ਦਿਨ ਮੇਰੇ ਜੀਵਨ ਦਾ ਘਟ ਗਿਆ, ਸੋ ਆਈ ਐਮ ਲੈਸ ਲਿਵਿੰਗ ਟੂਡੇ। ਇਹ ਲਿਵਿੰਗ ਔਰ ਡੈਥ ਇਹ ਦੋਨੋਂ ਇਕੱਠੇ ਚੱਲਦੀ ਹੈ। ਹਰ ਮੌਤ ਇੱਕ ਨਵਾਂ ਜੀਵਨ ਹੈ, ਪਰ ਇਹਨੂੰ ਜਾਣਨਾ ਪੈਂਦਾ ਅਵੇਅਰਲੀ। ਕਦੋਂ ਜਾਣਾਂਗੇ? ਜਦੋਂ ਖੁੱਲੇ ਦਿਲ ਨਾਲ ਜੀ ਕੇ ਪਹਿਲੇ ਦੁੱਖ ਨੂੰ ਅਪਣਾਉਣ ਦੀ ਸ਼ਮਤਾ ਰੱਖਾਂਗੇ। ਉਹ ਕਿੱਥੋਂ ਆਏਗੀ? ਉਹ ਨਾਮ ਤੋਂ ਆਏਗੀ। ਗੁਰੂ ਦੇ ਨਾਲ ਸੁਰਤ ਸ਼ਬਦ ਨੂੰ ਇਕਾਗਰ ਕਰਨ ਤੋਂ ਸਾਡਾ ਇਹ ਜਿਗਰਾ ਬਣ ਜਾਏਗਾ। ਸਾਡੇ ਹੱਥ ਇੱਕ ਉਹ ਵਸਤੂ ਆ ਜਾਏਗੀ ਜਿਹੜੀ ਸਦਾ ਹੈ। ਜਿਵੇਂ ਜਿਨ੍ਹਾਂ ਕੋਲ ਹੈ ਉਹ ਸੁਣਾਉਂਦੇ ਨੇ ਸਾਨੂੰ, ਮੈਂ ਆਪਣੀ ਗੱਲ ਨਹੀਂ ਕਰਦਾ। ਉਹ ਕਹਿੰਦੇ ਨੇ ਝਾਤੀ ਮਾਰਨੀ ਅੰਦਰ ਤੇ ਪਹੁੰਚ ਜਾਓ ਉੱਥੇ। ਵੀਜ਼ਾ ਸ਼ਬਦ ਦਾ ਮਿਲ ਗਿਆ, ਪਾਸਪੋਰਟ ਹੈ ਆਪਣੇ ਕੋਲ, ਸਰੀਰ ਰੂਪ ਪਾਸਪੋਰਟ ਹੈ, ਵੀਜ਼ਾ ਸ਼ਬਦ ਹੈ, ਤੇ ਦਿਖਾਓ ਤੇ ਪਾਰ ਲੰਘ ਜਾਓ। ਐਸੇ ਦੇਸ਼ ਵਿੱਚ ਜਿੱਥੇ ਨਾ ਟੈਕਸ ਹੈ, ਨਾ ਡਰ ਹੈ, ਨਾ ਸੋਚ ਹੈ, ਨਾ ਪਰੇਸ਼ਾਨੀ ਹੈ, ਨਾ ਫਿਕਰ ਹੈ, ਨਾ ਗਲਤੀ ਹੈ। ਇਮੈਜਿਨ ਕਰਨਾ ਇਹੋ ਜਿਹਾ ਆਜ਼ਾਦੀ ਹੈ ਇੱਕ ਤਰ੍ਹਾਂ ਦੀ। ਇਸ ਤਰ੍ਹਾਂ ਕਹਿ ਦਈਏ
आजाद है, गगन तमामा बाजियो, गगन विच पहुंच गए उत्थे जिथे कोई रोक नहीं रह गई, जिथे कोई विघन नहीं रह गए। और होर भी अगे प्यार नाल समझाते ने गल, अगे खत्म नहीं हुई। कायम दायम सदा पातशाही, दोम न सेम एक सुआई। कहते ने इत्थे एक दा वासा है, एक ओमकार। कहते मेरा ਉਹਦੇ ਨਾਲ ਵਾਹ है, ਹੁਣ मैं दूजे तीजे ਨੂੰ ਜਾਣਦਾ ही नहीं। ਜਿਵੇਂ ਕਿ ਕੋਈ ਦੇਸ਼ थाने ਦੇ SHO ਦੀ ਯਾਰੀ ਪਾ ਲੇ, ਉਹ ਕਹੇ ਜੀ ਹੁਣ ਮੇਰਾ ਕਿਸੇ ਹੋਰ ਨਾਲ ਵਾਹ ਨਹੀਂ ਹੈ, SHO ਜਾਣਦਾ ਮੈਂ ਕਾਂਸਟੇਬਲ ਨੂੰ ਕਿਉਂ ਜਾਣਦਾ, ਮੈਨੂੰ ਪ੍ਰਾਈਮ ਮਿਨਿਸਟਰ ਦੇਸ਼ ਦਾ ਜਾਣਦਾ, ਮੇਰੀ ਉਹਦੇ ਨਾਲ ਯਾਰੀ ਹੈ, ਬਾਕੀਆਂ ਨਾਲ ਮੇਰੀ ਕੀ ਲੋੜ ਹੈ। ਨਿਰੰਕਾਰ ਨਾਲ ਯਾਰੀ ਪਾ ਲਈ, ਆਪਣੀ ਸੁਰਤ ਨੂੰ ਆਨੰਦ ਚਿੰਤਾ ਨਾ ਰਹੀ ਫਿਕਰ ਕੀਤਾ। ਦੇਖੋ ਜਾਣਾ ਹੀ ਹੈ ਸਭ ਕੁਝ। ਕਿਹੋ ਜਿਹਾ ਪਿਆਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ, ਹਰ ਸ਼ਬਦ ਪਿਆਰਾ ਹੈ। ਸੁਰਤ ਨੂੰ ਇਕਾਗਰ ਕਰਕੇ ਡੁਬੋਈਏ, ਮਹਾਰਾਜ ਦਾ ਪਿਆਰ ਝਲਕਦਾ ਹੈ। ਮੈਂ ਤਾਂ ਸੋਚਦਾ ਗੁਰੂ ਗ੍ਰੰਥ ਸਾਹਿਬ ਇੱਕ ਪ੍ਰੇਮ ਦੀ ਚਿੱਠੀ ਹੈ, ਦੁਨੀਆ ਲਈ ਇੱਕ ਪ੍ਰੇਮ ਦਾ ਸੁਨੇਹਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਰਬਾਬ ਲੈ ਕੇ ਨਿਕਲ ਗਏ, ਆਪਣੇ ਸਰੀਰ ਤੇ ਵੀ ਮੁਸੀਬਤਾਂ ਪਾਈਆਂ, ਪਰੇਸ਼ਾਨ ਵੀ ਹੋਏ, ਪਰ ਰੰਗ ਚੜਿਆ ਪ੍ਰੇਮ ਦਾ, ਸੱਚੀ ਗੱਲ ਨਾਲ ਨਾਲ ਕਰਦੇ ਗਏ, स्नेहा देंदे गए भाई। मुतकदाबाद मुद्दत के फिर रोशन हुआ, फिर उठी सदा तौहीद की पंजाब से, हिंद को एक मर्द कामिल ने जगाया ख्वाब से। अज मैं एक सूफी का किसी का गाना है गुरु गोबिंद सिंह साहब बारे, वो बाजियां वाले, तेरे स्कूल विच पढ़न की कोई फीस नहीं, वो बाजां वाले तेरे स्कूल विच पढ़न की कोई फीस नहीं, जद अंदर झाकी मार के देखिया पढ़न वाले दे धड़ां ते कोई सीस नहीं, पढ़न वालियां दे धड़ां ते कोई सीस नहीं। वो तो अर्प दिता सब कुछ उन्होंने। एवें थोड़ी है कि डल्ले नूं कहंदे डलिया आ जा तू बंदूक दे सामने, तू आ जा, वो कहंदा मैं नहीं आंदा। 2 वारी उन्हें मना किया, तीजे वारी सिख लड़ पे आपस में कौन पहले जाएगा। यह क्यों है? ਉਹਦਾ ਵੀ ਪਿਆਰ ਇਸ ਤੋਂ ਕਈ ਗੁਣਾ ਸਾਡੇ ਨਾਲ ਹੈ। ਸਾਨੂੰ ਇਹ ਕਿਧਰੇ ਉਹ ਨਾ ਸਿੱਖਾਂ ਨੂੰ ਸਮਝ ਆ ਗਈ ਕਿ ਗੁਰੂ ਨੇ ਬਾਂਹ ਫੜ ਲਈ, ਬਾਕੀ ਦੁਨੀਆ ਦਾ ਕੋਈ ਮੁੱਲ ਹੀ ਨਹੀਂ ਰਹਿ ਗਿਆ, ਬਹੁਤ ਸਸਤਾ ਸੌਦਾ ਹੈਗਾ, ਉਹੀ ਸਭ ਕੁਝ ਹੈ। ਇੱਕ ਵਾਰੀ ਗੁਰੂ ਦੀ ਬੰਦੂਕ ਦੇ ਸਾਹਮਣੇ ਸਰੀਰ ਨਿਕਲ ਜਾਏ, ਹੋਰ ਕੁਝ ਨਹੀਂ ਚਾਹੀਦਾ, ਸਾਰੀ ਦੁਨੀਆ ਦਾ ਜਹਾਨ ਦੇ ਦੇਗਾ ਗੁਰੂ। ਕਿਉਂ? ਸ਼ਹੀਦ ਕੌਣ ਹੁੰਦਾ? ਸ਼ਹੀਦ ਦਾ ਕੀ ਕਨਸੈਪਟ ਹੈ? ਸ਼ਹੀਦ ਦਾ ਕਨਸੈਪਟ ਹੈ ਜਿਹੜਾ ਨਿਡਰ ਹੋ ਕੇ ਮਰਦਾ, मौत नूं अपना के मरदा है, गुरु दे ध्यान विच। तां सत दा ध्यान है, डर है नहीं, तो माइंड ट्रांसेंड हो गया। इस करके एक इहो जिहा राज नूं प्राप्त किया जिहड़ा असल राज है दुनिया का। तां इह साडे इहदे च नहीं है। वाइकिंग दी मैं उस दिन देखदा सी, वाइकिंग दे विच उहनूं बड़ी फेमस मन्नी गल है कि जो शहीद होएगा जंग के मैदान वो वलहला जाएगा। कहते कुछ कॉन्सैप्ट यूनिवर्सल ने, इस तरह शहीद भी कॉन्सैप्ट यूनिवर्सल है। जिसनों भरोसा आ गया कि उस पासे मेरा गुरु खड़ा है, उसनों तो तुसीं हरा नहीं सकते। इस तरह अफगानिस्तान हार नहीं सकता। उन्होंने पता है कि उन्होंने यह फेथ है कि मैं मरांगा तां भी मैनू जन्नत मिल जाएगी। वो अलग गल है, वो किहड़ी जन्नत है, वो कहानी अलग स्टोरी है, बट उन्हें भरोसा तो कर लिया ना। हुण अमरीका उन्होंने मात ही नहीं कर पाता। कहते दोम न सेम एक सुआई, आबादान सदा मशहूर, सदा आबाद है। इत्थे तां हरिया पत्ता, कल बारिशां नहीं आईयां ते पत्ते हरे नहीं होणगे, एवरग्रीन कहते हैं। सदा 3 वारी आया इस शब्द विच। देखो बार बार सानू दस रहे हैं इस शहर में सब कुछ सदा है, आबादान सदा मशहूर, वहां गनी बसे मामूर। कहते हैं इत्थे तां वो जिहड़ा सारी सृष्टि का मालिक है इस देश विच वसदा है। आबादान सदा मशहूर, वहां गनी बसे मामूर। त्यों त्यों सैल करे जो पावे, त्यों त्यों सैल करे जो पावे। कहते जिव जिव हुक्म तिवे तिवकार। इस दुनिया च नहीं टिप जिव हुक्म है। हुण तुसीं करोना वायरस है, पुलिस बाहर खड़ी है,
ਜਾ ਨਹੀਂ ਸਕਦੇ ਕਿਧਰੇ, ਹੁਕਮ ਹੋਇਆ, ਆਰਡਰ ਹੋ ਗਿਆ, ਜਿਵੇਂ ਮੇਰਾ ਮਨ ਕਰਦਾ ਮੈਂ ਨਹੀਂ ਕਰ ਸਕਦਾ। ਇਸ ਤਰ੍ਹਾਂ ਦਾ ਸਿਸਟਮ ਹੀ ਹੈ। ਅਗਰ ਨਹੀਂ ਹੋਏਗਾ ਤਾਂ ਸ੍ਰਿਸ਼ਟੀ ਪੋਸੀਬਲ ਨਹੀਂ ਹੈ, ਜੀਵਨ ਪੋਸੀਬਲ ਨਹੀਂ ਹੈ। ਪਰ ਉਹ ਕਹਿੰਦੇ ਨੇ ਇਸ ਦੇਸ਼ ਵਿੱਚ ਤਾਂ ਜਿਵੇਂ ਮੇਰਾ ਮਨ ਕਰਦਾ ਇਵੇਂ ਕਰਦਾ। ਆਜ਼ਾਦੀ ਹੈ ਨਾ, ਸਦਾ ਆਜ਼ਾਦ ਨੇ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਿਹਰਮ ਮਹਿਲ ਨਾ ਕੋ ਅਟਕਾਵੇ। ਕਹਿੰਦੇ ਜਿਹੜੀ ਮਿਹਰ ਹੋ ਰਹੀ ਹੈ, ਨਦਰ ਹੋ ਰਹੀ ਹੈ, ਹੁਣ ਇੱਥੇ ਤੇ ਅਟਕ ਸਕਦੀ ਹੈ। ਕਿਸੇ ਨੇ ਤੁਹਾਨੂੰ ਕਰੋੜਾਂ ਰੁਪਏ ਦਿੱਤਾ, ਉਹਨੂੰ ਕੋਈ ਲੈ ਸਕਦਾ ਹੈ, ਉਸ ਮਿਹਰ ਨੂੰ ਅਟਕ ਪਾ ਸਕਦਾ ਹੈ। ਜਿਹੜੀ ਮਿਹਰ ਕਹਿੰਦੇ ਨੇ ਇਸ ਦੇਸ਼ ਵਿੱਚ ਨਹੀਂ ਅਟਕਾ ਸਕਦਾ। ਜਿਹੜੀ ਮਹਿਲ ਹੋ ਰਹੀ ਹੈ, ਜਿਹੜੀ ਕਿਰਪਾ ਹੋ ਰਹੀ ਹੈ, ਉਹ ਨਹੀਂ ਅਟਕ ਸਕਦੀ ਉੱਥੇ। ਸਦਾ ਹੀ ਕਿਰਪਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਬੜੀ ਕਲੈਰਿਟੀ ਹੈ ਕਿ ਜੋ ਇੱਕ ਵਾਰ ਮਿਲ ਗਿਆ ਉਹ ਵਾਪਸ ਨਹੀਂ ਕੋਈ ਲੈ ਸਕਦਾ। ਹੁਣ ਉਹ ਤੇ ਪਰਮਾਨੈਂਟ ਰਾਜ ਹੈ। ਇਹ ਲੋਕ ਜਿਹੜੇ ਜਾਣਦੇ ਨੇ, ਜੀਂਦੇ ਨੇ, ਤਾਂ ਹੀ ਤਾਂ ਨਿਡਰ ਹੋ ਕੇ ਮੌਤ ਦਾ ਸਾਹਮਣਾ ਕਰ ਲੈਂਦੇ ਆ। ਇਹਨਾਂ ਨੂੰ ਪਰਵਾਹ ਹੀ ਨਹੀਂ ਹੈ। ਅਸੀਂ ਭਾਈ ਮਤੀ ਦਾਸ ਦੀ ਗੱਲ ਕਰਦੇ ਸੀ, ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ, ਗੁਰੂ ਅਰਜਨ ਸਾਹਿਬ ਦੀ ਗੱਲ ਕਰਦੇ ਸੀ। ਇਹਨਾਂ ਨੂੰ ਡਰ ਨਹੀਂ ਹੈ ਕਿ ਮੌਤ ਕੁਛ ਇਹਨਾਂ ਦਾ ਉਹੀ ਲੈ ਲੇਗੀ ਜਿਹੜਾ ਵੈਸੇ ਵੀ ਜਾਣਾ ਹੈ। ਅਫਕੋਰਸ ਦੇਰ ਇਜ਼ ਸਟਿਲ ਪੇਨ, ਅਫਕੋਰਸ ਵਿਛੋੜੇ ਦਾ ਫਿਰ ਵੀ ਦੁੱਖ ਹੁੰਦਾ, ਕਿਉਂ ਨਹੀਂ ਹੋਏਗਾ? ਕਿਉਂਕਿ ਹਿਰਦੇ ਨਾਲ ਜੀ ਹੈ, ਬਟ ਉਹ ਟ੍ਰਾਂਸੈਂਡ ਕਰਨ ਦੀ ਐਬਿਲਿਟੀ ਰੱਖਦੇ ਹੈ। ਉਹਨਾਂ ਦੇ ਕੋਲ ਘਰ ਜਿਹੜਾ ਉਹਨਾਂ ਦਾ ਹੈ ਉਹ ਪੱਕਾ ਬਣਿਆ ਹੈ। ਵਿਚਰਦੇ ਉਹ ਕੱਚੇ ਜੀਵਨ ਚ ਨੇ, ਬਟ ਉਹਨਾਂ ਦਾ ਘਰ ਨਾਮ ਦੇ ਵਿੱਚ ਹੈ। ਮੇਰਾ ਘਰ ਕਿੱਥੇ ਹੁੰਦਾ? ਮੇਰਾ ਘਰ ਉੱਥੇ ਜਿੱਥੇ ਮੈਂ ਮੋਸਟ ਕੰਫਰਟੇਬਲ ਹਾਂ। ਆਈ ਐਮ ਮੋਸਟ ਕੰਫਰਟੇਬਲ ਦਸਮ ਦਵਾਰ ਕੁੰਜੀ, ਜਬ ਦੀਜੇ ਤਬ ਦयाल को दर्शन कीजिए, ਫਿਰ ਘਰ ਬੈਸੋ ਅਰਜਨ ਪਿਆਰੇ। ਮੇਰੇ ਘਰ ਦਾ ਵਾਸਾ ਉੱਥੇ ਹੈ ਜਿਹੜਾ ਪਰਮਾਨੈਂਟ ਅਬੋਰਡ ਹੈ, ਉਹਦੇ ਚ ਮੈਨੂੰ ਚਿੰਤਾ ਨਹੀਂ ਹੈ। ਕਿਉਂਕਿ ਕੱਚੇ ਚ ਮੈਂ ਵਿਚਰਦਾ, ਪਰ ਮੇਰੇ ਕੋਲ ਪੱਕਾ ਘਰ ਮੇਰਾ ਬਣਿਆ ਜਿਹੜਾ ਆਨੰਦ ਰੂਪੀ ਹੈ, ਜਿਹਦੇ ਚ ਇਹ ਸਭ ਗੁਣ ਨੇ ਜਿਹੜੇ ਭਗਤ ਰਵਿਦਾਸ ਸਾਨੂੰ ਸੁਣਾ ਰਹੇ ਹੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਤਮਾਰਾ। ਅਸੀਂ ਸਾਰੇ ਮੀਤ ਬਣਾਉਂਦੇ ਹਾਂ। ਇੱਥੇ ਲਵ ਦੀ ਗੱਲ ਸੁਣਦੇ ਹਾਂ ਅਸੀਂ ਕਿ ਸਦਾ ਲਈ ਹੈ। ਜਦ ਬੰਦਾ ਹੀ ਸਦਾ ਲਈ ਨਹੀਂ ਹੈ ਤੇ ਕਾਹਦਾ ਪ੍ਰੇਮ ਸਦਾ ਲਈ ਹੋ ਸਕਦਾ? ਹਾਂ, ਪ੍ਰੇਮ ਜਿਹੜਾ ਸਰੀਰ ਤੋਂ ਪਰੇ ਹੈ ਉਹ ਸਪਿਰਿਚੁਅਲ ਪਲੇਟਫਾਰਮ ਤੇ ਹੀ ਹੋਏਗਾ, ਉਹ ਨਾਮ ਦੇ ਪਲੇਟਫਾਰਮ ਤੇ ਹੀ ਹੋਏਗਾ। ਜਦੋਂ ਮੈਂ ਉਸ ਪ੍ਰੇਮ ਨੂੰ ਜਾਣ ਲਿਆ ਜਿਹੜਾ ਅਨਕੰਡੀਸ਼ਨਲ ਹੈ, ਤਾਂ ਫਿਰ ਉਹ ਪ੍ਰੇਮ ਸਕਾ ਹੈ, ਫਿਰ ਉਹ ਪ੍ਰੇਮ ਖਰਾ ਹੈ, ਫਿਰ ਉਹ ਨਿਰੰਕਾਰ ਰੂਪੀ ਹੈ। ਉੱਥੇ ਫਾਰਮ ਨਹੀਂ ਹੈ, ਕਿਉਂਕਿ ਉਹ ਫਾਰਮਲੈਸ ਹੀ ਹੋਏਗਾ। ਅਗਰ ਕਿਸੇ ਫਾਰਮ ਔਰ ਸ਼ੇਪ ਔਰ ਨਾਮ ਵਿੱਚ ਆ ਗਿਆ, ਫਿਰ ਉਹ ਨਿਰੰਕਾਰ ਰੂਪੀ ਅਨਕੰਡੀਸ਼ਨਲ ਨਹੀਂ ਰਹਿ ਗਿਆ। ਤਾਂ ਮਹਾਰਾਜ ਕਹਿ ਰਹੇ ਹੈ ਕਿ ਮੇਰੇ ਜੋ ਮੀਤ ਨੇ, ਮੇਰੇ ਜੋ ਫਰੈਂਡਸ ਨੇ, ਉਹ ਇਸ ਸ਼ਹਿਰ ਦੇ ਵਾਸੀ ਨੇ, ਔਰ ਜਿੰਨੇ ਵੀ ਨੇ ਉਹ ਸਾਰੇ ਮੇਰੇ ਮਿੱਤਰ ਨੇ। ਕਿਉਂਕਿ ਬਾਰਡਰਲੈਸ ਹੈ, ਉੱਥੇ ਕੋਈ ਮੇਰਾ ਤੇਰਾ ਹੈ ਹੀ ਨਹੀਂ। ਜਦ ਮੈਂ ਹੀ ਨਹੀਂ ਹਾਂ, ਮੇਰੀ ਈਗੋ ਹੀ ਨਹੀਂ ਹੈ, ਤਾਂ ਇੱਥੇ ਇਸ ਸ੍ਰਿਸ਼ਟੀ ਵਿੱਚ ਤਾਂ ਮੈਨੂੰ ਲੋੜ ਹੈ ਆਈਡੈਂਟੀਟੀ ਦੀ, ਉਹਦੇ ਬਿਨਾਂ ਮੈਂ ਵਰਤ ਨਹੀਂ ਸਕਦਾ। ਉਸ ਸਥਾਨ ਤੇ ਮੈਨੂੰ ਲੋੜ ਹੈ ਆਈਡੈਂਟੀਟੀ ਡ੍ਰੌਪ ਕਰਨ ਦੀ। ਜੇ ਮੈਂ ਹੋਵਾਂਗਾ ਤਾਂ ਫਿਰ ਉਹ ਦੇਸ਼ ਨਹੀਂ ਹੋ ਸਕਦਾ। ਉੱਥੇ ਤੇ ਉਹ ਹੀ ਹੋਏਗਾ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸਵਾਈ। ਸਿਰਫ ਇੱਕ ਹੋਏਗਾ, ਮੈਂ ਨਹੀਂ ਹੋਵਾਂਗਾ ਉੱਥੇ। ਹਉਮੈ ਨਾਮੇ ਨਾਲ ਵਿਰੋਧ, ਦੋਏ ਨਾ ਬਸ ਇੱਕ ਥਾਂ। ਤਾਂ ਮਹਾਰਾਜ ਇਹ ਸਾਨੂੰ ਇਨਵੀਟੇਸ਼ਨ ਹੈ। ਇੱਕ ਚਿੱਠੀ ਆਈ ਹੈ ਇੱਕ ਦੇਸ਼ ਤੋਂ, ਉਸ ਦੇਸ਼ ਦਾ ਤੁਸੀਂ ਹਾਲ ਸੁਣਿਆ ਹੈ। ਉਹਦਾ ਵੀਜ਼ਾ ਸ਼ਬਦ ਦੇ ਵਿੱਚ ਹਾਜ਼ਰ ਹੈ। ਸ਼ਬਦ ਨੂੰ ਅਸੀਂ ਅਪਣਾਉਣਾ ਹੈ ਤਾਂ ਸੁਰਤ ਦੀ ਉਡਾਰੀ ਮਾਰ ਕੇ, ਜਿਵੇਂ ਉਸ ਦਿਨ ਵਿਚਾਰਿਆ ਸੀ, ਚੱਲ ਰਹੇ ਬੈਕੁੰਠ ਤੁਝੇ ਲੈ ਤਾਰੋ, ਹਿੱਚ ਹੈ ਤਾਂ ਪ੍ਰੇਮ ਕੇ ਚਾਬੁਕ ਮਾਰੋ। ਇਤਨੀ ਮੇਰੀ ਵਿਚਾਰ ਪ੍ਰਵਾਨ ਕਰਨਾ ਮਹਾਰਾਜ। ਭੁੱਲਾਂ ਚ ਮਾਫੀ ਦੇਣਾ। ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਕਰਨ, ਸਾਨੂੰ ਇਕਾਗਰ ਮਨ ਬਖਸ਼ਣ, ਕਿਰਪਾ ਬਖਸ਼ਣ।